ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 110ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਉਦਮ ਕਰਤ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁਖ ਗਏ। ਉਦਮ ਕਰਤ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਪਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇਮ ਪਾਇਆ ਕੁਸਲ ਕਰ ਆਏ, ਭੇਟਤ ਸਾਧ ਸੰਗ ਗਈ ਬਲਾਏ ਰਹਾਓ। ਖੇਮ ਪਾਇਆ ਕੁਸਲ ਕਰ ਆਏ, ਭੇਟਤ ਸਾਧ ਸੰਗ ਗਈ ਬਲਾਏ ਰਹਾਓ। ਨੇਤਰ ਪੁਨੀਤ ਪੇਖਤ ਹੀ ਦਰਸ, ਧਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਏਕ ਆਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗ ਦਾਸੇ ਪਾਏ। ਆਪ ਗਿਆ ਤਾਂ ਆਪੇ ਪਏ, ਕਿਰਪਾ ਨਿਧਾਨ ਕੀ ਸਰਨੀ ਪਏ। ਜੋ ਚਾਹਤ सोई जब पाया, तब ढूंढन कहाँ को जाया। अस्तर पहे बसे सुख आसन, गुर प्रसाद नानक सुख बासन। जो चाहत सोई जब पाया, तब ढूंढन कहाँ को जाया। अस्तर पहे बसे सुख आसन, गुर प्रसाद नानक सुख बासन। इस शब्द ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪਣ ਦਾ ਉਦਮ ਕਰਦਿਆਂ ਹੀ ਅਸੀਂ ਅਤੇ ਸਾਡਾ ਮਨ ਸ਼ਾਂਤ ਚਿੱਤ ਹੋ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਰਸਤੇ ਉੱਤੇ ਚੱਲਣ ਨਾਲ ਸਾਡੇ ਸਾਰੇ ਦੁੱਖ ਕਲੇਸ਼ ਦੂਰ ਹੋ ਗਏ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਉਹਨਾਂ ਨੂੰ ਸਹਿਣ ਦੀ ਸ਼ਕਤੀ ਆ ਗਈ ਹੈ ਜੀ ਅਤੇ ਉਹ ਦੂਰ ਵੀ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰੂਪ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਮਨ ਰਸ ਗਏ ਹਨ ਜੀ। ਭਾਵ ਮਨਾਂ ਵਿੱਚ ਉਸ ਚੀਜ਼ ਦਾ ਰਸ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪਦਿਆਂ ਮਨ ਆਨੰਦਿਤ ਹੋ ਗਏ ਹਨ ਜੀ। ਮਨ ਵਿੱਚ ਖੇੜਾ ਆਨੰਦ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧੂ ਰੂਪ ਗੁਰੂ ਨਾਲ ਮਿਲਦਿਆਂ ਹੀ ਭਾਵ ਸਾਧ ਸੰਗਤ ਜਿਹੜੇ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸੀਰੀਅਸਲੀ ਜੁੜਦੇ ਹੋਣ, ਦਿਲੋਂ ਚਾਹੁੰਦੇ ਹੋਣ, ਦਿਲੋਂ ਜਪਦੇ ਹੋਣ। ਫਿਰ ਗੁਰੂ ਜੀ ਕਹਿੰਦੇ ਹਨ ਉਸ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸਾਡੀ ਹਉਮੈ ਰੂਪ ਬਲਾਏ ਆਫਤ ਚਲੀ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਦੀ ਬਦੌਲਤ ਕਰਕੇ ਅਸੀਂ ਆਪਣੇ ਨਿਜ ਸਰੂਪ ਵਿੱਚ ਆ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਜਿੱਥੇ ਹਰ ਤਰ੍ਹਾਂ ਦੇ ਸੁੱਖ ਆਨੰਦ ਮਿਲ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਦਰਸ਼ਨ ਕਰਦਿਆਂ ਹੀ ਸਾਡੇ ਨੇਤਰ ਪਵਿੱਤਰ ਪੁਨੀਤ ਹੋ ਗਏ ਹਨ ਜੀ, ਪਵਿੱਤਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲ ਪਰਸਦਿਆਂ ਹੀ ਭਾਵ ਉਹਨਾਂ ਨੂੰ ਛੂਹਣ ਨਾਲ ਹੀ ਸਾਡਾ ਮੱਥਾ, ਸਾਡਾ ਮਸਤਕ ਪਵਿੱਤਰ ਹੋ ਗਿਆ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੋਬਿੰਦ ਦੀ ਸੇਵਾ ਕਰਕੇ ਇਹ ਦੇਹ ਇਹ ਸਰੀਰ ਵੀ ਸਫਲ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸੰਤ ਗੁਰੂ ਦੀ ਕਿਰਪਾ ਮਿਹਰ ਨਾਲ ਸਾਨੂੰ ਪਰਮ ਪਦ ਪ੍ਰਾਪਤ ਮਿਲ ਗਿਆ ਹੈ ਜੀ। ਪਾਪ ਸਾਰੇ ਫਲ ਪਰਮਾਨੰਦ ਸੁਖ ਪ੍ਰਾਪਤ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੇ ਆਪ ਆਪਣੇ ਦਾਸ ਦੀ ਆਪਣੇ ਭਗਤਾਂ ਦੀ ਮਿਹਰ ਕਿਰਪਾ ਸਹਾਇਤਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਦਾਸਾਂ ਦੀ ਪੈਰੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਸੰਗਤ ਦੀ ਚਰਨੀ ਲੱਗ ਕੇ ਅਸੀਂ ਆਤਮਿਕ ਸੁੱਖ ਨੂੰ ਪਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਨਿਦਾਨੇ ਦੀ ਸ਼ਰਨੀ ਪਏ ਭਾਵ ਕਿਰਪਾ ਦੇ ਖਜ਼ਾਨੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਰਨੀ ਪਏ ਤਾਂ ਉਸ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾਡਾ ਆਪਾ ਭਾਵ ਹੰਕਾਰ ਹਉਮੈ ਵੀ ਚਲਾ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਇੱਕ ਆਪ ਹੀ ਪਰਮੇਸ਼ਰ ਦਾ ਰੂਪ ਹੋ ਗਏ ਹਾਂ ਜੀ। ਭਾਵ ਉਸ ਪਰਮੇਸ਼ਰ ਅਸੀਂ ਸਾਰੇ ਉਸ ਪਰਮੇਸ਼ਰ ਦਾ ਹੀ ਅੰਸ਼ ਹਾਂ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਅਤੇ ਗੁਰਮਤਿ ਅਪਣਾਉਣ ਨਾਲ ਉਸਨੂੰ ਇੱਕ ਚਿੱਤ ਇੱਕ ਮਨ ਹੋ ਕੇ ਜਪਣ ਨਾਲ ਅਸੀਂ ਉਸ ਪਰਮੇਸ਼ਰ ਦਾ ਹੀ ਇੱਕ ਰੂਪ ਹੋ ਗਏ ਹਾਂ ਜੀ। ਪਰਮੇਸ਼ਰ ਦੇ ਨਾਲ ਮਿਲ ਗਏ ਹਾਂ ਜੀ ਤੇ ਆਪਣੇ ਮੂਲ ਨੂੰ ਅਸੀਂ ਪਹਿਚਾਨ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੋ ਕੁਝ ਅਸੀਂ ਹੁਣ ਚਾਹੁੰਦੇ ਸਾਂ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਸਭ ਕੁਝ ਸਾਨੂੰ ਘਰ ਬੈਠਿਆਂ ਹੀ ਭਾਵ ਆਪਣੇ ਮਨ ਹਿਰਦੇ ਵਿੱਚ ਹੀ ਅਸੀਂ ਪ੍ਰਾਪਤ ਕਰ ਲਿਆ ਹੈ ਜੀ। ਕਿਉਂਕਿ ਬਾਹਰ ਢੂੰਡਣ ਤੇ ਨਹੀਂ ਜਾਣਾ ਜੀ, ਪਰਮੇਸ਼ਰ ਸਾਡੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੁਣ ਉਸਨੂੰ ਅਸੀਂ ਬਾਹਰ ਜੰਗਲਾਂ ਵਿੱਚ ਲੱਭਣ ਢੂੰਡਣ ਕਾਹਦੇ ਲਈ ਜਾਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਡੋਲ ਚਿੱਤ ਹੋ ਗਏ ਹਾਂ ਜੀ ਅਤੇ ਸੁੱਖਾਂ ਦੇ ਆਸਣ ਉੱਤੇ ਬੈਠ ਗਏ ਹਾਂ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾਨੂੰ ਹੁਣ ਸੁੱਖ ਮਿਲ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਸਤਿਗੁਰ ਦੀ ਮਿਹਰ ਕਿਰਪਾ ਨਾਲ ਅਸੀਂ ਸੁੱਖਾਂ ਦੇ ਵਾਸੀ ਬਣ ਗਏ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜੋ ਗੁਰਮੁਖ ਨਿਤ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਦੇ ਉਦਮ ਕਰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਉਹਨਾਂ ਨੂੰ ਨਿਰੰਤਰ ਨਾਮ ਦਾ ਰਸ ਆ ਜਾਂਦਾ ਹੈ ਜੀ। ਉਹ ਫਿਰ ਨਿਰੰਤਰ ਨਾਮ ਦਾ ਰਸ ਮਾਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਫਿਰ ਸਹਿਜੇ ਹੀ ਆਨੰਦਮਈ ਰੂਪ ਧਾਰਨ ਕਰ ਲੈਂਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਨਾਲ ਜਪਣ ਨਾਲ ਅਤੇ ਗੁਰਮਤਿ ਧਾਰਨ ਕਰਨ ਨਾਲ ਉਹਨਾਂ ਦੀ ਅਵਸਥਾ ਆਨੰਦਮਈ ਅਵਸਥਾ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜਿਹਾ ਆਨੰਦ ਅੰਤਰ ਆਤਮਿਕ ਵਿੱਚ ਪ੍ਰਵੇਸ਼ ਕਰ ਗਿਆ ਹੈ ਜੀ। ਭਾਵ ਉਹਨਾਂ ਨੂੰ ਆਪਣੀ ਅੰਤਰ ਆਤਮਾ ਵਿੱਚ ਭਾਵ ਆਤਮਿਕ ਸੁੱਖ ਮਿਲ ਗਿਆ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਪਰਮੇਸ਼ਰ ਦੇ ਦਰਸ਼ਨ ਪਰਸਨ ਦਾ ਅਸੀਂ ਇੱਕ ਪ੍ਰਤੀਕ ਹੋ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੋ ਸਿਧਾਂਤ ਇਹ ਹੈ ਕਿ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਤੇ ਸੇਵਾ ਕਰਨ ਨਾਲ, ਗੁਰਮਤਿ ਧਾਰਨ ਕਰਨ ਨਾਲ, ਪ੍ਰੋਵਾਈਡਡ ਅਸੀਂ ਉਸਨੂੰ ਸੀਰੀਅਸਲੀ ਜਪੀਏ ਜੀ, ਸਾਡੀ ਇਸ ਦੇਹੀ ਸਰੀਰ ਸਫਲ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਨ ਨਾਲ ਅੰਦਰ ਰਚਦਾ ਹੈ ਜੀ, ਤਾਂ ਆਪਾ ਭਾਵ ਮਿਟਦੀ ਹੈ ਜੀ। ਭਾਵ ਹਉਮੈ ਹੰਕਾਰ ਮਿਟ ਜਾਂਦੀ ਹੈ ਜੀ, ਅਤੇ ਵਿਕਾਰਾਂ ਤੇ ਕਾਬੂ ਆ ਜਾਂਦਾ ਹੈ ਜੀ, ਤੇ ਅਸੀਂ ਆਪਣੇ ਨਿੱਜ ਘਰ 'ਚ ਆ ਜਾਂਦੇ ਹਾਂ ਜੀ, ਜਿਹੜੇ ਕਿ ਅਸੀਂ ਵਿਛੜੇ ਹੋਏ ਹਾਂ ਜੀ। ਇਹੋ ਜਿਹੀ ਫਿਰ ਅਵਸਥਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪ੍ਰਾਪਤ ਹੁੰਦੀ ਹੈ ਜੀ। ਸੋ ਫਿਰ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਸਾਡੀ ਸਾਰੀ ਤਲਾਸ਼, ਭਾਵ ਢੂੰਡ ਭਾਲ ਖਤਮ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਜਗਿਆਸੂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਨਿਜ ਘਰ ਆਸਣ ਉੱਤੇ ਬੈਠਿਆਂ ਅਬਨਾਸੀ ਸੁੱਖਾਂ ਦੇ ਆਨੰਦਮਈ ਰਸੀਏ ਬਣ ਜਾਂਦੇ ਹਨ ਜੀ। ਭਾਵ ਉਹ ਗੁਰਸਿੱਖ, ਉਹ ਗੁਰਮੁਖ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਦੇ ਹਨ ਅਤੇ ਗੁਰਮਤਿ ਅਪਣਾਉਂਦੇ ਹਨ, ਉਹਨਾਂ ਨੂੰ ਫਿਰ ਉਹ ਆਪਣੇ ਵਿਕਾਰਾਂ 'ਤੇ ਕਾਬੂ ਪਾ ਕੇ ਆਪਣੀ ਹਉਮੈ ਨੂੰ ਖਤਮ ਕਰ ਲੈਂਦੇ ਹਨ ਜੀ, ਅਤੇ ਉਸ ਪਰਮੇਸ਼ਰ ਦਾ ਫਿਰ ਇੱਕ ਹਿੱਸਾ ਬਣ ਜਾਂਦੇ ਹਨ ਜੀ, ਅਤੇ ਉਹ ਫਿਰ ਆਤਮ ਸੁੱਖ ਅਬਨਾਸੀ ਸੁੱਖਾਂ ਦੇ ਰਸੀਏ ਬਣ ਜਾਂਦੇ ਹਨ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 890 ਤੇ ਇਸ ਪੰਕਤੀ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਡੋਲਨ ਤੇ ਚੂਕਾ ਠਹਿਰਾਇਆ, ਸਤ ਮਹਿਲੇ ਸਤ ਸਮਾਇਆ। ਡੋਲਨ ਤੇ ਚੂਕਾ ਠਹਿਰਾਇਆ, ਸਤ ਮਹਿਲੇ ਸਤ ਸਮਾਇਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।